ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ। ਅੱਜ ਦੀ ਵੀਡੀਓ ਸਾਇੰਟਿਫਿਕ ਮੈਨੇਜਮੈਂਟ ਦੇ ਨਾਲ ਰਿਲੇਟਡ ਹੈ ਤੇ ਸਾਇੰਟਿਫਿਕ ਮੈਨੇਜਮੈਂਟ ਨੂੰ ਸਟੱਡੀ ਕਰਨ ਤੋਂ ਪਹਿਲਾਂ ਅਸੀਂ ਸਾਇੰਟਿਫਿਕ ਮੈਨੇਜਮੈਂਟ ਦੇ ਫਾਦਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਫੈਡਰਿਕ ਵਿੰਸਲੋ ਟੇਲਰ ਬਾਰੇ ਚਰਚਾ ਕਰਾਂਗੇ। ਸੋ ਕੌਣ ਸੀ ਫੈਡਰਿਕ ਵਿੰਸਲੋ ਟੇਲਰ ਤੇ ਉਹਨਾਂ ਨੇ ਇਹੋ ਜਿਹੇ ਕੀ ਕੰਮ ਕੀਤੇ ਕਿ ਉਹਨਾਂ ਨੂੰ ਫਾਦਰ ਆਫ ਸਾਇੰਟਿਫਿਕ ਮੈਨੇਜਮੈਂਟ ਕਿਹਾ ਜਾਣ ਲੱਗਾ। ਸੋ ਆਓ ਅਸੀਂ ਇਸ ਬਾਰੇ ਡਿਟੇਲ ਦੇ ਵਿੱਚ ਚਰਚਾ ਕਰਦੇ ਹਾਂ। ਫੈਡਰਿਕ ਵਿੰਸਲੋ ਟੇਲਰ ਇੱਕ ਐਡਮਿਨਿਸਟ੍ਰੇਟਿਵ ਥਿੰਕਰ ਸੀਗੇ ਜੋ ਕਿ ਬਾਈ ਪ੍ਰੋਫੈਸ਼ਨ ਤੇ ਇੰਜੀਨੀਅਰ ਸੀਗੇ। ਠੀਕ ਹੈ, ਅਮਰੀਕਾ ਦੇ ਵਿੱਚ ਜੌਬ ਕਰਦੇ ਸੀਗੇ ਕੰਪਨੀ ਦੇ ਵਿੱਚ। ਤੇ ਜਦੋਂ ਇਹਨਾਂ ਨੇ ਆਪਣੀ ਜੌਬ ਜੁਆਇਨ ਕੀਤੀ ਐਜ਼ ਅ ਲੇਬਰਰ, ਜਦੋਂ ਜੌਬ ਦੇ ਵਿੱਚ ਗਏ ਤੇ ਉਹਨਾਂ ਨੇ ਵੇਖਿਆ ਕਿ ਜਿਹੜਾ ਵੀ ਕੰਮ ਉੱਥੇ ਹੋ ਰਿਹਾ ਹੈ, ਜਿਸ ਤਰੀਕੇ ਦੇ ਨਾਲ ਵੀ ਉੱਥੇ ਕੰਮ ਕੀਤਾ ਜਾ ਰਿਹਾ ਹੈ, ਉਹ ਬਿਲਕੁਲ ਵੀ ਸਾਇੰਟਿਫਿਕ ਵੇ ਦੇ ਵਿੱਚ ਕੰਮ ਨਹੀਂ ਹੋ ਰਿਹਾ। ਸਭ ਕੁਝ ਹਫੜਾ ਤਫਰੀ ਦਾ ਮਾਹੌਲ ਹੈ ਉੱਥੇ ਕੰਮ ਕਰਨ ਵਾਸਤੇ। ਲੇਬਰਸ ਭੱਜ ਰਹੇ ਆ, ਮੈਨੇਜਰਸ ਭੱਜ ਰਹੇ ਆ, ਕੋਈ ਸੈਟਿਸਫੈਕਸ਼ਨ ਵਾਲਾ ਕੰਮ ਉੱਥੇ ਨਹੀਂ ਹੋ ਰਿਹਾ। ਸੋ ਉਸ ਚੀਜ਼ ਨੂੰ ਦੇਖ ਕੇ ਇਹਨਾਂ ਦੇ ਦਿਮਾਗ ਦੇ ਵਿੱਚ ਕੁਝ ਇਹੋ ਜਿਹੀਆਂ ਵਿਚਾਰਧਾਰਾਵਾਂ ਆਈਆਂ, ਕੁਝ ਇਹੋ ਜਿਹੇ ਪ੍ਰਿੰਸੀਪਲਸ ਇਹਨਾਂ ਦੇ ਦਿਮਾਗ ਦੇ ਵਿੱਚ ਆਏ ਜਿਹੜੇ ਕਿ ਇਹਨਾਂ ਨੇ ਅੱਗੇ ਜਾ ਕੇ 1911 ਦੇ ਵਿੱਚ ਆਪਣੀ ਕਿਤਾਬ ਦ ਪ੍ਰਿੰਸੀਪਲਸ ਆਫ ਸਾਇੰਟਿਫਿਕ ਮੈਨੇਜਮੈਂਟ ਦੇ ਵਿੱਚ ਦਰਜ ਕੀਤੇ। ਸੋ ਇਹਨਾਂ ਨੇ ਜਿਹੜੀ ਵੀ ਐਕਸਪੈਰੀਮੈਂਟੇਸ਼ਨ ਕੀਤੀਆਂ, ਜਿੰਨੀ ਵੀ ਸਟੱਡੀ ਕੀਤੀ, ਜਿੰਨੀਆਂ ਵੀ ਥਿਊਰੀਜ਼ ਬਣਾਈਆਂ, ਉਹ ਸਾਰਾ ਕੁਝ ਉਸ ਕਿਤਾਬ ਦੇ ਵਿੱਚ ਦਰਜ ਹੈਗਾ ਹੈ। ਸੋ ਅੱਜ ਅਸੀਂ ਉਸੇ ਕਿਤਾਬ ਬਾਰੇ ਚਰਚਾ ਕਰਾਂਗੇ ਬਿਕੋਜ਼ ਇਹ ਤੁਹਾਡੇ ਸਿਲੇਬਸ ਦਾ ਪਾਰਟ ਹੈਗਾ ਹੈ, ਜਿਸ ਦੇ ਵਿੱਚ ਤੁਸੀਂ ਸਾਇੰਟਿਫਿਕ ਮੈਨੇਜਮੈਂਟ ਕੀ ਹੁੰਦੀ ਹੈ, ਸਾਇੰਟਿਫਿਕ ਮੈਨੇਜਮੈਂਟ ਦੇ ਫੀਚਰਸ ਕੀ ਹੈਗੇ ਆ, ਉਸ ਦੇ ਕੀ ਪ੍ਰੋਸੀਜਰਸ ਹੈਗੇ ਆ, ਟੂਲਸ ਕਿਹੜੇ ਹੈਗੇ, ਉਹਦੇ ਵਿੱਚ ਟੈਕਨੀਕਸ ਕਿਹੜੀਆਂ, ਉਹ ਸਾਰਾ ਕੁਝ ਅਸੀਂ ਅੱਗੇ ਜਾ ਕੇ ਸਟੱਡੀ ਕਰਨਾ ਹੈ ਥਿਓਰੈਟੀਕਲੀ। ਸੋ ਉਸ ਤੋਂ ਪਹਿਲਾਂ ਅਸੀਂ ਇੱਕ ਬੇਸ ਬਣਾ ਲੈਣਾ ਚਾਹੁੰਦੇ ਹਾਂ। ਆਈ ਵਾਂਟ ਯੂ ਟੂ ਨੋ ਕਿ ਸਾਇੰਟਿਫਿਕ ਮੈਨੇਜਮੈਂਟ ਜਿਹੜਾ ਆਈਡੀਆ ਉਹਨਾਂ ਦੇ ਦਿਮਾਗ ਵਿੱਚ ਆਇਆ ਸੀਗਾ ਉਹ ਕੀ ਸੀਗਾ, ਅਸਲ ਦੇ ਵਿੱਚ ਕੀ ਹੁੰਦੀ ਹੈ ਸਾਇੰਟਿਫਿਕ ਮੈਨੇਜਮੈਂਟ। ਵੇਖੋ, ਸਾਇੰਸ ਤੁਸੀਂ ਜਾਣਦੇ ਹੋ ਕਿ ਸਾਇੰਸ ਦੇ ਵਿੱਚ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੁੰਦੀ ਹੈ। ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ ਕਿ ਜਿਹੜੀ ਮੈਨੇਜਮੈਂਟ ਹੈਗੀ ਆ ਇਟ ਇਜ਼ ਅ ਸਾਇੰਸ। ਠੀਕ ਹੈ, ਕੁਝ ਕਾਜ਼ ਹੁੰਦੇ ਆ, ਉਸ ਤੇ ਕੁਝ ਇਫੈਕਟ ਹੁੰਦੇ ਆ। ਸੋ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਇਹਦੇ ਵਿੱਚ ਚੱਲਦੀ ਹੈਗੀ ਆ। ਸੋ ਜਦੋਂ ਇਹ ਆਪਣੀ ਜੌਬ ਦੇ ਵਿੱਚ ਗਏ, ਇਹਨਾਂ ਨੇ ਦੇਖਿਆ ਕਿ ਜਿਹੜੇ ਲੇਬਰ ਹੈਗੇ ਆ ਉਹ ਆਪਣੇ ਘਰੋਂ ਹੀ ਸਮਾਨ ਲੈ ਕੇ ਆਉਂਦੇ ਆ, ਟੂਲਸ ਘਰੋਂ ਲੈ ਕੇ ਆਉਂਦੇ ਆ। ਕਿਸੇ ਕੋਲ ਵਧੀਆ ਟੂਲਸ ਆ, ਕਿਸੇ ਕੋਲ ਵਧੀਆ ਟੂਲਸ ਨਹੀਂ ਆ। ਸੋ ਜਿਹੜਾ ਕੰਮ ਹੋ ਰਿਹਾ ਉੱਥੇ ਕੁਝ ਲੇਬਰ ਸਹੀ ਕੁਆਲਿਟੀ ਦਾ ਕੰਮ ਕਰ ਰਹੇ ਆ, ਕੁਝ ਲੇਬਰ ਸਹੀ ਕੁਆਲਿਟੀ ਦਾ ਕੰਮ ਨਹੀਂ ਕਰ ਰਹੇ। ਸੋ ਇਸ ਚੀਜ਼ ਨੂੰ ਦੇਖ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਪਹਿਲਾ ਆਈਡੀਆ ਜਿਹੜਾ ਸਟ੍ਰਾਈਕ ਕੀਤਾ ਸੀਗਾ ਦੈਟ ਵਾਜ਼ ਆਫ ਸਟੈਂਡਰਡਾਈਜੇਸ਼ਨ, ਕਿ ਕੁਝ ਸਟੈਂਡਰਡ ਟੂਲਸ ਹੋਣੇ ਚਾਹੀਦੇ ਹੈ, ਕੋਈ ਸਟੈਂਡਰਡ ਚੀਜ਼ ਹੋਣੀ ਚਾਹੀਦੀ ਹੈ ਕਿ ਕੁਆਲਿਟੀ ਦਾ ਕੰਮ ਹੋ ਸਕੇ, ਜਿਸ ਦੇ ਨਾਲ ਪ੍ਰੋਡਕਟਿਵਿਟੀ ਵੀ ਇਨਕਰੀਜ਼ ਹੋ ਸਕੇ। ਹੋਰ ਉਹਨਾਂ ਨੇ ਉੱਥੇ ਜਾ ਕੇ ਵੇਖਿਆ ਕਿ ਜਿਹੜੇ ਲੇਬਰ ਹੈਗੇ ਆ ਤੇ ਜਿਹੜੇ ਮੈਨੇਜਰ ਹੈਗੇ ਆ ਪੁਰਾਣੇ ਸਮੇਂ ਦੇ ਵਿੱਚ, ਇਹਨਾਂ ਦੇ ਵਿੱਚ ਇੱਕ ਕੌਨਫਲਿਕਟ ਦਾ ਮਾਹੌਲ ਚੱਲਦਾ। ਜਿਹੜੇ ਮੈਨੇਜਰ ਸੀਗੇ ਆਪਣੇ ਆਪ ਨੂੰ ਜ਼ਿਆਦਾ ਸੁਪੀਰੀਅਰ ਸਮਝਦੇ ਸੀਗੇ, ਉਹ ਲੇਬਰ ਦੇ ਨਾਲ ਕੋਈ ਵਾਸਤਾ ਨਹੀਂ ਸੀ ਰੱਖਦੇ, ਜਸਟ ਉਹਨਾਂ ਨੂੰ ਆਰਡਰਸ ਦਿੰਦੇ ਸੀ ਜਾਂ ਕੰਮ ਸਹੀ ਨਾ ਹੋਣ ਤੇ ਪਨਿਸ਼ਮੈਂਟਸ ਦਿੰਦੇ ਸੀਗੇ। ਸੋ ਉਹਨਾਂ ਤੋਂ ਇੱਕ ਕੱਟ ਆਫ ਹੋ ਕੇ ਰਹਿੰਦੇ ਸੀਗੇ, ਅਲੱਗ ਰਹਿੰਦੇ ਸੀ। ਇਸ ਚੀਜ਼ ਦਾ ਵੀ ਖੰਡਨ ਉਹਨਾਂ ਨੇ ਕੀਤਾ ਕਿ ਇਹ ਨਹੀਂ ਹੋਣਾ ਚਾਹੀਦਾ। ਆਰਗੇਨਾਈਜੇਸ਼ਨ ਦੇ ਵਿੱਚ ਜਿਹੜਾ ਮੈਨੇਜਰ ਹੈਗਾ ਹੈ ਤੇ ਜਿਹੜਾ ਲੇਬਰ ਹੈਗਾ ਹੈ, ਉਹਨਾਂ ਦੇ ਵਿੱਚ ਇੱਕ ਕੋਆਪਰੇਸ਼ਨ ਦਾ ਮਾਹੌਲ ਹੋਣਾ ਚਾਹੀਦਾ ਹੈ, ਉਹਨਾਂ ਨੂੰ ਆਪਸ 'ਚ ਰਲ ਕੇ ਕੰਮ ਕਰਨਾ ਚਾਹੀਦਾ ਹੈ। ਸੋ ਉਹਨਾਂ ਦੀ ਜੋ ਵੀ ਵਿਚਾਰਧਾਰਾ ਸੀਗੀ ਉਸਨੂੰ ਅਸੀਂ 4 ਪਾਰਟਸ ਦੇ ਵਿੱਚ ਸਟੱਡੀ ਕਰਦੇ ਹਾਂ। ਹੌਲੀ ਹੌਲੀ ਆਪਾਂ ਇਸ 4 ਪਾਰਟਸ ਨੂੰ ਸਟੱਡੀ ਕਰਾਂਗੇ। ਇਸ ਤੋਂ ਬਾਅਦ ਦੇ ਵਿੱਚ ਡਿਟੇਲ ਦੇ ਵਿੱਚ ਵੀ ਅਸੀਂ ਥਿਊਰੀ ਨੂੰ ਸਟੱਡੀ ਕਰਾਂਗੇ। ਪਹਿਲੀ ਜਿਹੜੀ ਵਿਚਾਰਧਾਰਾ, ਜਿਹੜੀ ਉਹਨਾਂ ਦੀ ਫਿਲੋਸੋਫੀਕਲ ਵਿਊ ਸੀਗਾ, ਦਾਰਸ਼ਨਿਕ ਵਿਊ ਸੀਗਾ, ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਮੈਨੇਜਰਸ ਹੈਗੇ ਆ, ਜਿਹੜੇ ਵੀ ਉਹ ਫੈਸਲੇ ਲੈਂਦੇ ਆ, ਉਹ ਕਿੱਦਾਂ ਲੈਂਦੇ ਆ, ਜਸਟ ਆਪਣੇ ਜੋ ਉਹਨਾਂ ਨੂੰ ਇੰਟਿਊਸ਼ਨ ਹੁੰਦੀ ਹੈ ਕਿ ਹਾਂ ਵੀ ਇਹ ਜਜਮੈਂਟ ਸਹੀ ਹੈ, ਇਹ ਜਜਮੈਂਟ ਗਲਤ ਹੈ। ਸੋ ਇਸ ਤਰੀਕੇ ਦੇ ਨਾਲ ਉਹ ਫੈਸਲੇ ਲੈਂਦੇ ਸੀ ਆਪਣੇ ਵਿਮਸ ਐਂਡ ਫੈਂਸੀਜ਼ ਦੀ ਵਜ੍ਹਾ ਦੇ ਨਾਲ। ਕੋਈ ਉਸ ਦਾ ਬੇਸ ਨਹੀਂ ਸੀ ਹੁੰਦਾ, ਕੋਈ ਉਸ ਦਾ ਆਧਾਰ ਨਹੀਂ ਸੀ ਹੁੰਦਾ। ਸੋ ਇਸ ਨੂੰ ਰੂਲ ਆਫ ਥੰਬ ਕਿਹਾ ਜਾਂਦਾ ਸੀਗਾ। ਸੋ ਸਭ ਤੋਂ ਪਹਿਲੀ ਜਿਹੜੀ ਚੀਜ਼ ਟੇਲਰ ਨੇ ਕਹੀ, ਉਹ ਕਹੀ ਕਿ ਜਿਹੜਾ ਰੂਲ ਆਫ ਥੰਬ ਹੈ ਇਸ ਨੂੰ ਸਾਨੂੰ ਡਿਸਕਾਰਡ ਕਰਨਾ ਪਊਗਾ, ਸਾਨੂੰ ਇਸ ਨੂੰ ਖਤਮ ਕਰਨਾ ਪਊਗਾ। ਫੈਸਲੇ ਲੈਣ ਵਾਸਤੇ ਸਾਡੇ ਕੋਲ ਕੋਈ ਬੇਸ ਹੋਣਾ ਚਾਹੀਦਾ ਹੈ। ਇੱਦਾਂ ਨਹੀਂ ਕਿ ਜੋ ਮੈਨੇਜਰ ਨੂੰ ਸਹੀ ਲੱਗੇ ਉਹੀ ਸਹੀ ਹੈ, ਜੋ ਸੁਪਰਵਾਈਜ਼ਰ ਨੂੰ ਸਹੀ ਲੱਗੇ ਉਹੀ ਸਹੀ ਹੈ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਦੂਸਰੀ ਚੀਜ਼ ਉਹਨਾਂ ਨੇ ਵੇਖੀ ਕਿ ਹਰ ਇੱਕ ਕੰਮ ਨੂੰ ਕਰਨ ਦਾ ਕੋਈ ਬੈਸਟ ਵੇ ਹੁੰਦਾ ਹੈ, ਕੋਈ ਸਹੀ ਤਰੀਕਾ ਹੈਗਾ ਹੈ, ਤੇ ਕੀ ਅਸੀਂ ਉਹ ਸਹੀ ਤਰੀਕਾ ਅਪਣਾ ਰਹੇ ਹਾਂ? ਜੇ ਅਸੀਂ ਨਹੀਂ ਅਪਣਾ ਰਹੇ ਤੇ ਫਿਰ ਸਾਨੂੰ ਉਹ ਸਹੀ ਤਰੀਕਾ ਲੱਭਣਾ ਪਊਗਾ ਤਾਂ ਕਿ ਸਾਡੀ ਵੇਸਟੇਜ ਘੱਟ ਹੋਵੇ ਤੇ ਸਾਡਾ ਜਿਹੜਾ ਕੰਮ ਹੈ ਉਹ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਹੋਵੇ।
ਤੇ ਜਿਹੜੀ ਤੀਸਰੀ ਗੱਲ ਫਿਲੋਸੋਫੀਕਲ ਵਿਊਜ਼ ਦੇ ਅੰਡਰ ਆਉਂਦੀ ਹੈ, ਜਿਹੜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਿਹੜੇ ਮੈਨੇਜਰ ਸੀਗੇ ਤੇ ਜਿਹੜੇ ਲੇਬਰ ਸੀਗੇ ਉਹਨਾਂ ਵਿੱਚ ਆਪਸ 'ਚ ਕੌਨਫਲਿਕਟ ਸੀਗਾ, ਤੇ ਜਿੱਥੇ ਟੇਲਰ ਨੇ ਕਿਹਾ ਕਿ ਇੱਕ ਕੋਆਪਰੇਸ਼ਨ ਹੋਣੀ ਚਾਹੀਦਾ ਹੈ। ਸੋ ਇਸ ਪੁਆਇੰਟ ਦੇ ਬੇਸ ਤੇ ਇੱਕ ਤਰ੍ਹਾਂ ਦੀ ਕਹਿ ਲਓ ਕਿ ਮੈਂਟਲ ਰੈਵੋਲਿਊਸ਼ਨ ਜਿਹੜੀ ਹੈਗੀ ਹੈ ਉਸ ਦਾ ਆਗਾਜ਼ ਹੋਇਆ, ਤੇ ਟੇਲਰ ਨੇ ਕਿਹਾ ਕਿ ਇੱਕ ਮੈਂਟਲ ਰੈਵੋਲਿਊਸ਼ਨ ਹੋਣੀ ਚਾਹੀਦੀ ਹੈ ਇੰਡਸਟਰੀਅਲ ਏਰੀਆ ਦੇ ਵਿੱਚ, ਤਾਂ ਕਿ ਜਿਹੜੇ ਕੌਨਫਲਿਕਟਸ ਹੈਗੇ ਆ ਉਹ ਬਿਲਕੁਲ ਖਤਮ ਹੋ ਸਕਣ। ਹੁਣ ਦੂਸਰਾ ਪੁਆਇੰਟ ਅਸੀਂ ਸਟੱਡੀ ਕਰਦੇ ਕਿ ਉਹਨਾਂ ਨੇ ਪ੍ਰਿੰਸੀਪਲਸ ਜਿਹੜੇ ਹੈਗੇ ਆ ਉਹ ਕਿਹੜੇ ਦਿੱਤੇ। ਸਭ ਤੋਂ ਪਹਿਲਾ ਪ੍ਰਿੰਸੀਪਲ ਜਿਹੜਾ ਹੈਗਾ ਉਹਨਾਂ ਨੇ ਕਿਹਾ ਕਿ ਹਰ ਇੱਕ ਕੰਮ ਨੂੰ ਕਰਨ ਦੀ ਇੱਕ ਟਰੂ ਸਾਇੰਸ ਹੈਗੀ ਹੈ, ਇੱਕ ਸਹੀ ਮੈਥਡ ਹੈਗਾ, ਇੱਕ ਸਹੀ ਮੈਥਡੋਲੋਜੀ ਹੈਗੀ ਹੈ, ਤੇ ਕੀ ਉਹ ਸਹੀ ਮੈਥਡੋਲੋਜੀ ਅਸੀਂ ਅਪਣਾ ਰਹੇ ਹਾਂ? ਜੇ ਅਸੀਂ ਨਹੀਂ ਅਪਣਾ ਰਹੇ ਤੇ ਸਾਨੂੰ ਉਸ ਮੈਥਡੋਲੋਜੀ ਨੂੰ ਅਪਣਾਉਣਾ ਪਊਗਾ, ਤੇ ਉਸ ਬੇਸ ਤੇ ਅਸੀਂ ਸਹੀ ਤਰੀਕੇ ਦੇ ਨਾਲ ਕੰਮ ਕਰ ਸਕਦੇ ਹਾਂ ਤੇ ਆਪਟੀਮਮ ਯੂਟਿਲਾਈਜੇਸ਼ਨ ਆਫ ਰਿਸੋਰਸਿਸ ਕਰ ਸਕਦੇ ਹਾਂ। ਦੂਸਰਾ ਉੱਥੇ ਕੀ ਹੁੰਦਾ ਸੀਗਾ, ਮੈਨੇਜਰ ਦਾ ਦਿਲ ਕੀਤਾ, ਕਿਸੇ ਨੂੰ ਕਹਿਤਾ ਕਿ ਤੂੰ ਜੌਬ ਤੇ ਆ ਜੀ ਕੱਲ ਨੂੰ, ਦੂਸਰੇ ਨੂੰ ਕਹਿਤਾ ਕਿ ਤੂੰ ਆ ਜੀ, ਤੂੰ ਰਹਿਣ ਦੇ, ਤੂੰ ਜੌਬ ਜੁਆਇਨ ਕਰ ਲੈ, ਹੈ ਨਾ। ਸੋ ਕੋਈ ਉਸ ਦਾ ਆਧਾਰ ਨਹੀਂ ਸੀ, ਕਿਹੜੇ ਬੇਸ ਤੇ ਸਿਲੈਕਸ਼ਨ ਹੁੰਦੀ ਸੀ, ਕਿਹੜੇ ਬੇਸ ਤੇ EMPLOYEES ਨੂੰ ਭਰਤੀ ਕੀਤਾ ਜਾਂਦਾ ਸੀਗਾ। ਸੋ ਇੱਥੇ ਵੀ ਟੇਲਰ ਨੇ ਕਿਹਾ ਕਿ ਅਸੀਂ ਕਈ ਵਾਰੀ ਇਹੋ ਜਿਹੇ ਕਰਮਚਾਰੀ ਲੈ ਆਉਂਦੇ ਆ ਬਿਜ਼ਨਸ ਦੇ ਵਿੱਚ ਜਿਸ ਨੂੰ ਕੁਝ ਨਹੀਂ ਆਉਂਦਾ ਜਾਂਦਾ। ਸੋ ਇੱਕ ਕਹਿ ਲਓ ਕਿ ਪ੍ਰੋਪਰ ਰੈਸ਼ਨਲ ਹੋਣਾ ਚਾਹੀਦਾ, ਇੱਕ ਸਟੈਂਡਰਡ ਹੋਣਾ ਚਾਹੀਦਾ, ਇੱਕ ਪ੍ਰੋਪਰ ਕੁਆਲੀਫਿਕੇਸ਼ਨ ਫਿਕਸ ਹੋਣੀ ਚਾਹੀਦੀ ਹੈ ਕਿ ਕਿਹੜੀ ਪੋਸਟ ਤੇ ਕਿਹੜੇ ਬੰਦੇ ਨੇ ਕਿਹੜੀ ਕੁਆਲੀਫਿਕੇਸ਼ਨ ਦੇ ਨਾਲ ਐਂਟਰੀ ਕਰਨੀ ਆ। ਸੋ ਇਸ ਚੀਜ਼ ਨੂੰ ਅਸੀਂ ਅੱਜ ਵੀ ਦੇਖ ਰਹੇ ਹਾਂ ਕਿ ਕਿਤੇ ਵੀ ਤੁਸੀਂ ਕਿਸੇ ਵੀ ਡਿਪਾਰਟਮੈਂਟ 'ਚ ਜੌਬ ਲਈ ਚਲੇ ਜਾਓ, ਉਸ ਦੀ ਇੱਕ ਮਿਨੀਮਮ ਕੁਆਲੀਫਿਕੇਸ਼ਨ ਫਿਕਸ ਹੈਗੀ ਹੈ। ਸੋ ਥੈਂਕਸ ਟੂ FW ਟੇਲਰ ਜਿਨ੍ਹਾਂ ਨੇ ਇਹ ਪ੍ਰਿੰਸੀਪਲ ਲੈ ਕੇ ਆਏ ਕਿ ਜੌਬ ਦੇ ਵਿੱਚ ਆਉਣ ਲਈ ਰਿਕਰੂਟਮੈਂਟ ਕਰਨ ਵਾਸਤੇ ਕੁਝ ਫਿਕਸ ਸਟੈਂਡਰਡ ਹੋਣੇ ਚਾਹੀਦੇ ਹੈ, ਕੁਝ ਫਿਕਸ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਦੇ ਵਿੱਚ ਹੋਰ ਪ੍ਰਿੰਸੀਪਲ ਉਹਨਾਂ ਨੇ ਇੱਕ ਇਹ ਦੇਖਿਆ ਕਿ ਜਿਹੜਾ ਵਰਕ ਦਾ ਜਿਹੜਾ ਪੈਟਰਨ ਸੀਗਾ ਉਸ ਦੇ ਵਿੱਚ ਕੀ ਸੀ ਕਿ ਟੌਪ ਲੈਵਲ ਤੇ ਥੋੜੇ EMPLOYEES ਹੁੰਦੇ ਸੀ, ਬਾਟਮ ਤੇ ਜ਼ਿਆਦਾ ਹੁੰਦੇ ਸੀ, ਇੱਕ ਟ੍ਰਾਇੰਗੂਲਰ ਸ਼ੇਪ ਦੇ ਵਿੱਚ ਜਿਹੜਾ ਕਹਿ ਲਓ ਸਾਡੀ ਆਰਗੇਨਾਈਜੇਸ਼ਨ ਕੰਮ ਕਰਦੀ ਹੈ। ਸੋ ਉਹਨਾਂ ਨੇ ਇਹ ਕਿਹਾ ਕਿ ਇਹ ਨਹੀਂ ਕਿ ਉੱਪਰ ਜੇ ਥੋੜੇ ਲੋਕ ਹੈਗੇ ਆ ਤੇ ਉਹਨਾਂ ਨੂੰ ਥੋੜਾ ਕੰਮ ਦਿੱਤਾ ਜਾਵੇ, ਤੇ ਜੇ ਵਰਕਰ ਜ਼ਿਆਦਾ ਆ ਤੇ ਜ਼ਿਆਦਾ ਕੰਮ ਦਿੱਤਾ ਜਾਵੇ। ਨੋ, ਦੇयर ਸ਼ੁੱਡ ਬੀ ਅ ਇਕੁਅਲ ਡਿਸਟ੍ਰੀਬਿਊਸ਼ਨ ਆਫ ਵਰਕ ਅਮੰਗ ਐਵਰੀਵਨ। ਹਰ ਇੱਕ ਨੂੰ ਬਰਾਬਰੀ ਦਾ ਕੰਮ ਮਿਲਣਾ ਚਾਹੀਦਾ ਹੈ, ਹਰ ਇੱਕ ਤੋਂ ਬਰਾਬਰ ਕੰਮ ਲੈਣਾ ਚਾਹੀਦਾ ਹੈ। ਇਹ ਨਹੀਂ ਕਿ ਕੁਝ ਲੋਕਾਂ ਨੂੰ ਥੋੜਾ ਕੰਮ ਦਿੱਤਾ ਜਾਵੇ ਤੇ ਕੁਝ ਲੋਕਾਂ ਤੋਂ ਬਹੁਤ ਜ਼ਿਆਦਾ ਉਹਨਾਂ ਨੂੰ ਐਕਸਪਲੋਇਟ ਕੀਤਾ ਜਾਵੇ ਤੇ ਬਹੁਤ ਜ਼ਿਆਦਾ ਕੰਮ ਕੀਤਾ ਜਾਵੇ। ਠੀਕ ਹੈ। ਸੋ ਨੈਕਸਟ ਜਿਹੜੀ ਇਸ ਦੀ ਥਰਡ ਪਾਰਟ ਅਸੀਂ ਸਟੱਡੀ ਕਰਨਾ ਹੈਗਾ ਅੱਗੇ ਆਪਣੇ ਚੈਪਟਰਸ ਦੇ ਵਿੱਚ, ਦੈਟ ਇਜ਼ ਦਾ ਪ੍ਰੋਸੀਜਰ, ਜਾਂ ਜਿਸ ਨੂੰ ਅਸੀਂ ਵਿਧੀਆਂ ਕਹਿੰਦੇ ਆ। ਉਹਨਾਂ ਨੇ ਕਿਹੜੇ ਉਹ ਪ੍ਰੋਸੀਜਰ ਅਪਣਾਏ ਜਿਹਦੀ ਵਜ੍ਹਾ ਦੇ ਨਾਲ ਸਾਇੰਟੀਫਿਕ ਮੈਨੇਜਮੈਂਟ ਨੂੰ ਅਸੀਂ ਪ੍ਰੋਪਰਲੀ ਅਪਲਾਈ ਕਰ ਸਕੇ। ਸੋ ਵਰਕ ਦੇ ਖੇਤਰ ਦੇ ਵਿੱਚ ਉਹਨਾਂ ਨੇ ਕੁਝ ਮੈਥਡਸ ਅਪਣਾਏ ਜਿਹਦੇ ਵਿੱਚ ਟਾਈਮ ਸਟੱਡੀ ਹੈ, ਮੋਸ਼ਨ ਸਟੱਡੀ ਹੈ, ਫਟੀਗ ਸਟੱਡੀ ਹੈਗੀ ਹੈ, ਮੂਵਮੈਂਟ ਸਟੱਡੀ ਹੈ, ਜਿਸ ਦੇ ਵਿੱਚ ਇਹ ਵੇਖਿਆ ਜਾਂਦਾ ਹੈ ਕਿ ਮਤਲਬ ਵਰਕਰ ਜਿਹੜਾ ਹੈ ਉਹ ਕਿੰਨੇ ਘੰਟੇ ਕੰਮ ਕਰ ਸਕਦਾ ਹੈ, ਉਹ ਉਸ ਦੇ ਟਾਈਮ ਨੂੰ ਸਟੱਡੀ ਕੀਤਾ ਜਾਵੇ ਤੇ ਫਿਕਸ ਕੀਤਾ ਜਾਵੇ ਕਿ ਹਾਂ ਵੀ ਉਹ 8 ਘੰਟੇ ਕੰਮ ਕਰੂਗਾ ਜਾਂ 10 ਘੰਟੇ ਕੰਮ ਕਰੂਗਾ। ਜੋ ਹੁਣ ਕਹਿ ਲਓ ਕਿ ਫੈਕਟਰੀਜ਼ ਐਕਟ ਦੇ ਅਕੋਰਡਿੰਗ ਤੇ ਇਹ ਕਿਹਾ ਜਾਂਦਾ ਹੈ, ਇਹ ਫਿਕਸ ਹੈਗਾ ਹੈ ਕਿ ਜਿਹੜਾ ਲੇਬਰ ਹੈਗਾ ਹੈ ਹੀ ਸ਼ੁੱਡ ਨਾਟ ਵਰਕ ਮੋਰ ਦੈਨ 8 ਆਵਰਸ। 8 ਆਵਰਸ ਵਾਸਤੇ ਹੀ ਉਸਨੇ ਕੰਮ ਕਰਨਾ ਹੈ। ਤੇ ਤੁਸੀਂ ਕਿਤੇ ਵੀ ਵੇਖ ਲਓ ਕਿਸੇ ਵੀ ਆਰਗੇਨਾਈਜੇਸ਼ਨ 'ਚ ਜਿਹੜੇ ਵਰਕਿੰਗ ਆਵਰਸ ਹੈਗੇ ਆ ਦੈਟ ਆਰ ਫਿਕਸ ਟੂ 8 ਆਵਰਸ। ਠੀਕ ਹੈ। ਸੋ ਇਸ ਤੋਂ ਇਲਾਵਾ ਇਸ ਦੇ ਵਿੱਚ ਫਟੀਗ ਸਟੱਡੀ ਵੀ ਉਹਦੇ ਵਿੱਚ ਆਪਾਂ ਪੜਾਂਗੇ ਅੱਗੇ ਜਾ ਕੇ। ਫਟੀਗ ਸਟੱਡੀ ਦੇ ਵਿੱਚ ਕੀ ਹੁੰਦਾ ਹੈ ਕਿ ਥਕਾਵਟ ਦੀ ਸਟੱਡੀ ਕਰਾਂਗੇ, ਅਸੀਂ ਐਕਸਪੈਰੀਮੈਂਟ ਕਰਕੇ ਵੇਖਾਂਗੇ ਕਿ ਹਾਂ ਇੱਕ ਇਨਸਾਨ ਕਿੰਨੇ ਚਿਰ ਬਾਅਦ ਥੱਕ ਜਾਂਦਾ ਹੈ, ਉਸਨੂੰ ਕਿੰਨੇ ਰੈਸਟ ਦੀ ਲੋੜ ਹੈ, ਜਿਹਦਾ ਕਰਕੇ ਕਹਿ ਲਓ ਕਿ ਕੰਪਨੀਜ਼ ਦੇ ਵਿੱਚ ਟੀ ਬ੍ਰੇਕ ਹੁੰਦੇ ਆ, ਲੰਚ ਬ੍ਰੇਕਸ ਹੁੰਦੇ ਆ, ਹੈ ਨਾ। ਸੋ ਇਹ ਸਭ ਕੁਝ ਫਟੀਗ ਸਟੱਡੀ ਤੋਂ ਬਾਅਦ ਦੇ ਵਿੱਚ ਜੋ ਰਿਜ਼ਲਟ ਆਉਂਦਾ ਉਸ ਬੇਸ ਤੇ ਹੀ ਇਹ ਚੀਜ਼ਾਂ ਕੈਲਕੂਲੇਟ ਹੁੰਦੀਆਂ। ਤੇ ਇਸ ਤੋਂ ਬਾਅਦ ਦੇ ਵਿੱਚ ਮੋਸ਼ਨ ਸਟੱਡੀ ਹੈਗੀ ਆ, ਮਸ਼ੀਨ ਦੀ ਸਟੱਡੀ ਹੈਗੀ ਹੈ ਨਾ। ਇਹ ਸਾਰਾ ਕੁਝ ਜਿਹੜਾ ਹੈਗਾ ਪ੍ਰੋਸੀਜਰ ਉਹਨਾਂ ਨੇ ਇਸ ਦੇ ਵਿੱਚ ਅਪਣਾਏ ਸੀਗੇ। ਸੋ ਇੱਕ ਹੋਰ ਚੀਜ਼ ਜਿਹੜੀ ਉਹਨਾਂ ਨੇ ਪ੍ਰੋਸੀਜਰ ਇਹਦੇ ਵਿੱਚ ਰੱਖਿਆ, ਪ੍ਰੋਸੀਜਰ ਦੇ ਵਿੱਚ, ਦੈਟ ਵਾਸ ਦਾ ਰਿਵਾਰਡ ਐਂਡ ਦਾ ਪਨਿਸ਼ਮੈਂਟ। ਸੋ ਕਿਸ EMPLOYEE ਨੂੰ ਕਿੰਨਾ ਰਿਵਾਰਡ ਮਿਲੇਗਾ, ਕਿਸ EMPLOYEE ਨੂੰ ਕਿੰਨੀ ਪਨਿਸ਼ਮੈਂਟ ਮਿਲੂਗੀ ਕੰਮ ਨਾ ਕਰਨ ਵਾਸਤੇ। ਸੋ ਇਹ ਸਭ ਕੁਝ ਵੀ ਉਹਨਾਂ ਨੇ ਪ੍ਰੋਪਰ ਮੈਥਡ ਦੱਸੇ ਕਿ ਜਿਵੇਂ ਮੰਨ ਲਓ ਕੋਈ EMPLOYEE ਹੈ, ਐਗਜ਼ਾਮਪਲ ਲੈ ਲਓ ਤੁਸੀਂ, ਕੋਈ ਚੀਜ਼ ਬਣਾ ਰਿਹਾ, ਚੇਅਰ ਬਣਾਉਣ ਦਾ ਸਪੋਜ਼ ਟਾਰਗੇਟ ਮਿਲਿਆ ਨਾ, ਤੁਸੀਂ ਇੱਕ ਦਿਨ ਦੇ ਵਿੱਚ ਇੱਕ EMPLOYEE ਨੂੰ ਕਿਹਾ ਕਿ ਤੁਸੀਂ 20 ਚੇਅਰਸ ਬਣਾਉਣੀਆਂ ਹੈਗੀਆਂ। ਸੋ ਉਹ ਉਸਨੂੰ ਇੱਕ ਅਵਾਰਡ ਦੇ ਦਿੱਤਾ ਕਿ ਜੇ ਤੁਸੀਂ 20 ਚੇਅਰਸ ਬਣਾ ਲੈਂਦੇ ਹੋ ਤੇ ਹਰ ਇੱਕ ਚੇਅਰ ਵਾਸਤੇ ਤੁਹਾਨੂੰ 5 ਰੁਪੀਸ ਮਿਲ ਜਾਣਗੇ। ਠੀਕ ਹੈ। ਸੋ ਉਸਨੂੰ ਇੱਕ ਰਿਵਾਰਡ ਦੇ ਤੌਰ ਤੇ ਦੇ ਦਿੱਤਾ ਕਿ 20 ਚੇਅਰਸ ਤੇ ਤੁਹਾਨੂੰ 5 ਰੁਪੀਸ ਮਿਲਣਗੇ, ਬਟ
ਇਫ ਯੂ ਡੋਂਟ ਕੰਪਲੀਟ ਦਾ ਆਰਡਰ, ਜੇ ਤੁਸੀਂ 20 ਚੇਅਰਸ ਨਹੀਂ ਬਣਾਉਂਦੇ ਤੇ ਤੁਸੀਂ 19 ਚੇਅਰਸ ਬਣਾਉਂਦੇ ਹੋ ਤੇ ਤੁਹਾਨੂੰ ਹਰ ਇੱਕ ਚੇਅਰ ਦੇ 4 ਰੁਪੀਸ ਮਿਲਣਗੇ। ਸੋ ਇਹਦੇ ਨਾਲ ਕੀ ਹੋਇਆ, एम्प्लॉय ਨੂੰ ਇਹ ਮੋਟੀਵੇਸ਼ਨ ਮਿਲੀ ਕਿ ਮੈਂ ਬਈ ਪੂਰੇ ਦੇ ਪੂਰੇ 20 ਦਾ ਟਾਰਗੇਟ ਪੂਰਾ ਕਰਨਾ, ਨਹੀਂ ਤੇ ਮੇਰੇ ਪੈਸੇ ਜਿਹੜੇ ਆ ਉਹ ਕੱਟ ਜਾਣਗੇ। ਸੋ ਇਹਦੇ ਨਾਲ ਕਹਿ ਲਓ ਕਿ ਜਿਹੜਾ ਲੇਬਰ ਹੈਗਾ ਹੈ ਉਸ ਨੂੰ ਨਾਲ ਦੀ ਨਾਲ ਰਿਵਾਰਡ ਵੀ ਮਿਲ ਰਿਹਾ ਹੈ, ਐਕਸਟਰਾ ਕੰਮ ਜਿਹੜਾ ਕਰ ਰਿਹਾ ਹੈ, ਤੇ ਜਿਹੜਾ ਨਹੀਂ ਕਰ ਪਾ ਰਿਹਾ ਉਸ ਨੂੰ ਪਨਿਸ਼ਮੈਂਟ ਵੀ ਮਿਲ ਰਹੀ ਹੈ। ਸੋ ਇਹ ਵੀ ਮੈਥਡੋਲੋਜੀ ਜਿਹੜੀ ਟੇਲਰ ਦੀ ਸੀਗੀ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਵੀ ਅਸੀਂ ਇਹਨਾਂ ਨੂੰ ਕੰਪਨੀਜ਼ ਦੇ ਵਿੱਚ ਯੂਜ਼ ਕਰਦੇ ਹਾਂ। ਸੋ ਇਸ ਦੇ ਵਿੱਚ ਨੈਕਸਟ ਉਹਨਾਂ ਨੇ ਕਿਹਾ ਕਿ ਕੋਈ ਵੀ ਕੰਮ ਹੈਗਾ ਹੈ ਦੈਟ ਸ਼ੁੱਡ ਬੀ ਡਨ ਇਨ ਅ ਸਟੈਂਡਰਡ ਵੇ, ਸਟੈਂਡਰਡ ਹੋਣਾ ਚਾਹੀਦਾ ਹੈ। ਐਵੇਂ ਨਹੀਂ ਕਿ ਅਸੀਂ ਕੋਈ ਵੀ ਸਮਾਨ ਲੈ ਆਈਏ, ਕੋਈ ਵੀ ਰॉ ਮਟੀਰੀਅਲ ਲੈ ਆਈਏ, ਸਾਡਾ ਰॉ ਮਟੀਰੀਅਲ ਵੀ ਸਟੈਂਡਰਡਾਈਜ਼ ਹੋਣਾ ਚਾਹੀਦਾ ਹੈ। ਸਾਡੇ ਲੇਬਰ ਦੀਆਂ ਵਰਕਰਸ ਦੀਆਂ EMPLOYEES ਦੀਆਂ ਜਿਹੜੀਆਂ ਵਰਕਿੰਗ ਕੰਡੀਸ਼ਨਸ ਆ ਨਾ ਉਹ ਵੀ ਸਟੈਂਡਰਡਾਈਜ਼ ਹੋਣੀਆਂ ਚਾਹੀਦੀਆਂ ਹੈ। ਇਹ ਨਹੀਂ ਕਿ ਕਿਸੇ ਗੰਦੇ ਜਿਹੇ ਮਾਹੌਲ ਦੇ ਵਿੱਚ ਜਿਹੜਾ EMPLOYEE ਹੈ ਉਹ ਕੰਮ ਕਰ ਰਿਹਾ ਹੈ, ਉੱਥੇ ਪ੍ਰੋਪਰ ਵੈਂਟੀਲੇਸ਼ਨ ਨਹੀਂ ਹੈ, ਉੱਥੇ ਕੂਲਿੰਗ ਨਹੀਂ ਹੈਗੀ ਹੈ ਗਰਮੀਆਂ ਦੇ ਵਿੱਚ, ਸੋ ਉਹ ਇੱਕ ਬੁਰੇ ਹਾਲਾਤਾਂ ਵਿੱਚ ਕੰਮ ਕਰ ਰਿਹਾ ਹੈ। ਉਹ ਕਹਿੰਦਾ ਹੈ ਕਿ ਟੇਲਰ ਕਹਿੰਦਾ ਕਿ ਜੇ ਅਸੀਂ ਵਰਕਿੰਗ ਕੰਡੀਸ਼ਨ ਸਹੀ ਨਹੀਂ ਰੱਖਦੇ ਤੇ ਇਹਦੇ ਨਾਲ ਪ੍ਰੋਡਕਟਿਵਿਟੀ ਤੇ ਅਸਰ ਪੈਂਦਾ ਹੈ। ਇਸ ਤੋਂ ਬਾਅਦ ਦੇ ਵਿੱਚ ਟੇਲਰ ਨੇ ਇਹ ਵੀ ਕਿਹਾ ਹੈ, ਜਿਹੜਾ ਨੈਕਸਟ ਚੀਜ਼ ਉਸਨੇ ਪ੍ਰੋਸੀਜਰ ਦੇ ਵਿੱਚ ਦੱਸਿਆ ਹੈ ਕਿ ਇੱਕ ਲੇਬਰ ਨੂੰ ਬਹੁਤ ਸਾਰੇ ਤਰੀਕੇ ਦਾ ਕੰਮ ਕਰਨਾ ਪੈਂਦਾ ਹੈ, ਜਾਂ ਫਿਰ ਕਹਿ ਲਓ ਕਿ ਬਹੁਤ ਸਾਰੇ ਕੰਮ ਜਿਹੜੇ ਹੈਗੇ ਆ ਜਾਂ ਹੋਰ ਚੀਜ਼ਾਂ ਜਿਹੜੀਆਂ ਲੇਬਰ ਦੇ ਨਾਲ ਜੁੜੀਆਂ ਹੋਈਆਂ ਹੈ। ਜਿਵੇਂ ਐਗਜ਼ਾਮਪਲ ਲੈ ਲਓ ਕਿ ਜਿਹੜਾ ਲੇਬਰ ਹੈ ਉਸਨੇ ਕੰਮ ਵੀ ਕਰਨਾ ਹੈ, ਉਸਨੇ ਸੈਲਰੀ ਵੀ ਲੈਣੀ ਹੈ, ਠੀਕ ਹੈ। ਦੋ ਤਰੀਕੇ ਦਾ ਕਹਿ ਲਓ ਕਿ ਦੋ ਤਰੀਕੇ ਨਾਲ ਜਿਹੜਾ ਲੇਬਰ ਹੈਗਾ ਕੰਪਨੀ ਨਾਲ ਜੁੜਿਆ ਹੋਇਆ ਹੈ। ਉਸ ਤੋਂ ਬਾਅਦ ਦੇ ਵਿੱਚ ਉਸਨੇ ਮਸ਼ੀਨ ਨਾਲ ਵੀ ਕੰਮ ਕਰਨਾ ਹੈ, ਮਸ਼ੀਨ ਦਾ ਵੀ ਉਸਨੂੰ ਪਤਾ ਹੋਣਾ ਚਾਹੀਦਾ ਕਿ ਸਹੀ ਚੱਲ ਰਹੀ ਹੈ ਕਿ ਨਹੀਂ। ਫਿਰ ਰॉ ਮਟੀਰੀਅਲ ਦੇ ਨਾਲ ਵੀ ਉਹ ਜੁੜਿਆ, ਰॉ ਮਟੀਰੀਅਲ ਉਸਨੇ ਇਸਤੇਮਾਲ ਕਰਨਾ ਹੈ, ਮਸ਼ੀਨ 'ਚ ਪਾਉਣਾ ਹੈ। ਸੋ ਇੱਕ ਵਰਕਰ ਦੇ ਉੱਪਰ ਉਸਨੇ ਕਿਹਾ ਕਿ ਘੱਟੋ ਘੱਟ 8 ਸੁਪਰਵਾਈਜ਼ਰ ਹੋਣੇ ਚਾਹੀਦੇ ਆ ਜਿਹੜੇ ਕਿ ਉਸਦੀ ਹੈਲਪ ਕਰ ਸਕਣ। ਸੁਪਰਵਾਈਜ਼ਰ ਕਿਸ ਤਰੀਕੇ ਦੇ ਨਾਲ 8 ਹੋਣੇ ਚਾਹੀਦੇ ਆ, ਜਿਵੇਂ ਜੇ ਮਸ਼ੀਨ ਦੀ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਸਦੇ ਵਾਸਤੇ ਉਸਨੂੰ ਰਿਪੇਅਰ ਬੌਸ ਜਿਹੜਾ ਹੈਗਾ ਉਸਦੀ ਹੈਲਪ ਕਰੂਗਾ। ਜੇ ਉਸਦੇ ਕੰਮ ਦੀ ਮੂਵਮੈਂਟ ਦੀ ਜਿਹੜੀ ਚੈਕਿੰਗ ਹੈਗੀ ਹੈ ਉਸਦੀ ਸਪੀਡ ਬੌਸ ਉਸਦਾ ਧਿਆਨ ਰੱਖੂਗਾ ਕਿ ਉਹ ਕੰਮ ਸਹੀ ਹੋ ਰਿਹਾ, ਕਿ ਸਪੀਡ ਦੇ ਨਾਲ ਹੋ ਰਿਹਾ ਕਿ ਨਹੀਂ। ਸੈਲਰੀ ਵਾਸਤੇ ਉਸਨਾਂ ਦੇ ਵੱਖਰੇ ਜਿਹੜੇ ਹੈਗੇ ਆ EMPLOYEES ਵਾਸਤੇ ਜਿਹੜਾ ਉਹ ਚੈੱਕ ਕਰੂਗਾ ਕਿ ਉਸਦੀ ਕਿੰਨਾ ਰਿਵਾਰਡ ਤੇ ਕਿੰਨੀ ਉਸਨੂੰ ਪਨਿਸ਼ਮੈਂਟ ਮਿਲਣੀ ਚਾਹੀਦੀ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਫੰਕਸ਼ਨਲ ਫੋਰਮੈਨਸ਼ਿਪ ਦਾ ਜਿਹੜਾ ਇੱਕ ਸਿਧਾਂਤ ਆ ਉਹ ਵੀ ਇੱਥੇ ਟੇਲਰ ਨੇ ਲਾਗੂ ਕਰਵਾਇਆ। ਹੁਣ ਲਾਸਟ ਦੇ ਵਿੱਚ ਹੈਗਾ ਕਿ ਟੂਲਸ ਕਿਹੜੇ ਕਿਹੜੇ ਇਸਤੇਮਾਲ ਕੀਤੇ। ਉਸ ਦੇ ਵਿੱਚ ਇੱਕ ਟੂਲ ਜਿਹੜਾ ਸੀਗਾ ਦੈਟ ਵਾਸ ਦਾ ਸਟਾਪ ਵਾਚ। ਸਟਾਪ ਵਾਚ ਵਿੱਚ ਕੀ ਹੁੰਦਾ ਸੀ, ਕੁਝ EMPLOYEES ਆ ਕੰਮ ਕਰ ਰਹੇ ਆ, ਵਿੱਚੋਂ ਥੋੜੇ ਟਾਈਮ ਵੀ ਚਾਹ ਪੀਣ ਜਾ ਰਹੇ ਆ, ਵਾਸ਼ਰੂਮ ਜਾ ਰਹੇ ਹੈਗੇ, ਟਾਈਮ ਵੇਸਟ ਕਰ ਰਹੇ ਆ। ਸੋ ਟੇਲਰ ਨੇ ਕਿਹਾ ਕਿ ਇਸ ਤਰੀਕੇ ਦੇ ਨਾਲ ਨਹੀਂ ਹੋਣਾ ਚਾਹੀਦਾ। ਜਦੋਂ EMPLOYEE ਕੰਮ ਕਰ ਰਿਹਾ ਹੀ ਸ਼ੁੱਡ ਬੀ ਪੇਡ ਫॉर दैट ਟਾਈਮ ਓਨਲੀ, ਤੇ ਦੂਸਰੇ ਕੰਮ ਵਾਸਤੇ ਉਸਨੂੰ ਅਸੀਂ ਪੇ ਨਹੀਂ ਕਰਾਂਗੇ ਜਦੋਂ ਇੱਧਰ ਉੱਧਰ ਘੁੰਮ ਰਿਹਾ। ਸੋ ਇਸ ਕਰਕੇ ਇੱਕ ਸਟਾਪ ਵਾਚ ਦੀ ਜਿਹੜੀ ਸ਼ੁਰੂਆਤ ਹੈ ਉਹ ਟੇਲਰ ਨੇ ਕਰਵਾਈ। ਇਸ ਤੋਂ ਬਾਅਦ ਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਟੂਲ ਉਸਨੇ ਇਜਾਦ ਕੀਤਾ ਦੈਟ ਵਾਸ ਡਿਫਰੈਂਸ਼ੀਅਲ ਪੀਸ ਰੇਟ ਸਿਸਟਮ, ਕਿ ਇਸ ਦੇ ਵਿੱਚ ਜਿਹੜਾ ਲੇਬਰ ਜਿੰਨਾ ਕੰਮ ਕਰ ਰਿਹਾ ਉਸਨੂੰ ਓਨੇ ਪੈਸੇ ਮਿਲਣਗੇ, ਜਿਹੜਾ ਘੱਟ ਕਰ ਰਿਹਾ ਉਸਨੂੰ ਘੱਟ ਪੈਸੇ ਮਿਲਣਗੇ, ਜਿਹੜਾ ਜ਼ਿਆਦਾ ਕੰਮ ਕਰ ਰਿਹਾ ਉਸਨੂੰ ਜ਼ਿਆਦਾ ਪੈਸੇ ਮਿਲਣਗੇ। ਸੋ ਇਹਨਾਂ ਚੀਜ਼ਾਂ ਨੂੰ ਵੀ ਅਸੀਂ ਡਿਟੇਲ 'ਚ ਅੱਗੇ ਅਜੇ ਸਟੱਡੀ ਕਰਾਂਗੇ। ਸੋ ਇੱਕ ਹੋਰ ਚੀਜ਼ ਜਿਹੜੀ ਟੇਲਰ ਨੇ ਦੱਸੀ ਦੈਟ ਵਾਸ ਇੰਸਟਰਕਸ਼ਨ ਕਾਰਡ ਕਲਰਕ ਦਾ ਜਿਹੜਾ ਕੰਮ ਹੈਗਾ ਹੈ ਉਹ ਇੰਸਟਰਕਸ਼ਨ ਕਾਰਡ ਜਿਹੜਾ ਇੱਕ ਬਣਾ ਦਿੱਤਾ। ਇੰਸਟਰਕਸ਼ਨ ਕਾਰਡ ਕੀ ਸੀਗਾ ਕਿ ਉਹਨਾਂ ਨੇ ਵੇਖਿਆ ਕਿ ਕੰਪਨੀ ਦੇ ਵਿੱਚ ਜਿੰਨੀਆਂ ਵੀ ਸੰਭਾਵਿਤ ਪ੍ਰੋਬਲਮਸ ਹੋ ਸਕਦੀਆਂ, ਜਿੰਨੀਆਂ ਵੀ ਕਹਿ ਲਓ ਕਿ ਕੋਈ ਕੁਐਸਚਨਿੰਗ ਹੋ ਸਕਦੀ ਹੈ, ਕੋਈ ਡਾਊਟ ਹੋ ਸਕਦਾ ਹੈ, ਉਹਨਾਂ ਸਾਰਿਆਂ ਦੇ ਜਿਹੜੇ ਆਨਸਰਸ ਹੈਗੇ ਆ ਉਹ ਪਹਿਲਾਂ ਤੋਂ ਹੀ ਤਿਆਰ ਕਰਕੇ ਉਹਨਾਂ ਨੇ ਸੋਲੂਸ਼ਨ ਉਹਨਾਂ ਦੇ ਰੱਖ ਲਏ ਕਿ ਕਿਸੇ ਲੇਬਰ ਨੂੰ ਪ੍ਰੋਬਲਮ ਆਵੇ ਉਹ ਸਿੱਧਾ ਜਾਵੇ ਇੰਸਟਰਕਸ਼ਨ ਕਾਰਡ ਕਲਰਕ ਕੋਲ ਤੇ ਉਹ ਤੋਂ ਪੁੱਛ ਲਵੇ ਤੇ ਉਹ ਆਨਸਰ ਜਿਹੜਾ ਉਸਨੂੰ ਮਿਲ ਸਕੇ। ਸੋ ਇਸ ਸਾਰੇ ਤਰੀਕੇ ਦੇ ਨਾਲ ਕਹਿ ਲਓ ਕਿ ਇੱਕ ਇੰਡਸਟਰੀਜ਼ ਦੇ ਵਿੱਚ ਇੱਕ ਰੈਵੋਲੂਸ਼ਨ ਦੇ ਤੌਰ ਤੇ ਇਹ ਸਾਰੇ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲ ਸੀਗੇ ਇਹਨਾਂ ਨੇ ਕੰਮ ਕੀਤਾ। ਪਰ ਨੋ ਡਾਊਟ ਸਟਾਰਟਿੰਗ ਦੇ ਵਿੱਚ ਇਸ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ, ਇੰਨਾ ਜ਼ਿਆਦਾ ਵਿਰੋਧ ਹੋਇਆ ਕਿ ਅਮਰੀਕਾ ਦੇ ਵਿੱਚ ਕੁਝ ਕਾਨੂੰਨ ਵੀ ਪਾਸ ਕੀਤੇ ਗਏ ਕਿ ਟੇਲਰ ਦੇ ਇਹਨਾਂ ਸਿਧਾਂਤਾਂ ਨੂੰ ਬਿਲਕੁਲ ਮੰਨਿਆ ਨਹੀਂ ਜਾਊਗਾ। ਤੇ ਲੇਬਰਸ ਨੇ ਵੀ ਇਸ ਦੇ ਅਗੇਂਸਟ ਕੰਮ ਕੀਤਾ। ਉਹਨਾਂ ਨੂੰ ਲੱਗਿਆ ਕਿ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕੰਮ ਕਰਨ ਲਈ, ਬਿਕੋਜ਼ ਵੇਖੋ ਉਹਨਾਂ ਨੂੰ ਕਹਿ ਰਹੇ ਆ ਕਿ ਤੁਸੀਂ ਕੰਮ ਕਰੋਗੇ ਤੇ ਤੁਹਾਨੂੰ ਫਿਰ ਹੀ ਪੈਸੇ ਮਿਲਣਗੇ। ਤੇ ਇਸ ਤੋਂ ਉਲਟਾ ਉਹ ਪਹਿਲਾਂ ਕੀ ਕਰਦੇ ਸੀ, ਮਰਜ਼ੀ ਨਾਲ ਕੰਮ ਕਰਦੇ ਸੀ, ਥੋੜਾ ਕੰਮ ਕਰਦੇ ਸੀ ਤਾਂ ਵੀ ਪੂਰੇ ਪੈਸੇ ਲੈ ਜਾਂਦੇ ਸੀ। ਸੋ ਲੇਬਰਸ ਨੇ ਆਬਵੀਅਸਲੀ ਇਸ ਚੀਜ਼ ਦਾ ਵਿਰੋਧ ਕੀਤਾ, ਮੈਨੇਜਰਸ ਨੇ ਵੀ ਇਸ ਦਾ ਵਿਰੋਧ ਕੀਤਾ। ਮੈਨੇਜਰਸ ਨੇ ਕਿਉਂ ਇਸ ਦਾ ਵਿਰੋਧ ਕੀਤਾ, ਵੇਖੋ ਇੰਸਟਰਕਸ਼ਨ ਕਾਰਡ ਦੀ ਜਦੋਂ ਉਸਨੇ ਖੋਜ ਕਰ ਦਿੱਤੀ
ਕਿ ਲੇਬਰ ਨੂੰ ਬਾਰ-ਬਾਰ ਮੈਨੇਜਰ ਦੇ ਕੋਲ ਨਹੀਂ ਜਾਣਾ ਪਊਗਾ। ਸੋ ਮੈਨੇਜਰਸ ਨੂੰ ਵੀ ਲੱਗਿਆ ਕਿ ਸਾਡੀ ਇੰਪੋਰਟੈਂਸ ਘਟ ਚੁੱਕੀ ਹੈ ਨਾ। ਸੋ ਜੋ ਸੁਪਰਵਾਈਜ਼ਰ ਦੇ ਕੋਲ ਆਉਂਦੇ ਸੀ ਵਰਕਰ, ਉਹ ਡਾਇਰੈਕਟ ਇੱਕੋ ਸੁਪਰਵਾਈਜ਼ਰ ਕੋਲ ਜਾ ਰਹੇ ਆ, ਇੰਸਟਰਕਸ਼ਨ ਕਾਰਡ ਕਲਰਕ ਕੋਲ ਜਾ ਰਹੇ, ਸਾਰੀ ਪ੍ਰੋਬਲਮ ਉੱਥੋਂ ਹੀ ਸੋਲਵ ਹੋ ਰਹੀਆਂ। ਸੋ ਮੈਨੇਜਰਸ ਨੇ ਵੀ ਇਸ ਦਾ ਵਿਰੋਧ ਕੀਤਾ। ਬਟ ਅੱਜ ਅਸੀਂ ਦੇਖ ਰਹੇ ਹਾਂ ਕਿ ਅਸੀਂ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਹੀ ਆਪਣੀ ਇੰਡਸਟਰੀਜ਼ ਦੇ ਵਿੱਚ ਇਸਤੇਮਾਲ ਕਰ ਰਹੇ ਹਾਂ। ਤੇ ਉਸ ਸਮੇਂ ਦੇ ਵਿੱਚ ਵੀ ਜਦੋਂ ਟੇਲਰ ਉਸ ਕੰਪਨੀ ਵਿੱਚ ਸੀਗੇ, ਜਦੋਂ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਇਸਤੇਮਾਲ ਕੀਤਾ ਤੇ ਇੱਕ ਸਾਲ ਦੇ ਵਿੱਚ ਉਹਨਾਂ ਦਾ ਜਿਹੜਾ ਪ੍ਰੋਫਿਟ ਸੀਗਾ $75,000 ਦਾ ਪ੍ਰੋਫਿਟ ਉਹਨਾਂ ਦੀ ਕੰਪਨੀ ਨੂੰ ਹੋਇਆ। ਤੇ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਹਿਸਾਬ ਲਾਓ ਵੀ 20ਵੀਂ ਸਦੀ ਵਿੱਚ ਇਹ ਕਿੰਨੀ ਵੱਡੀ ਰਕਮ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਦਾ ਕਰਕੇ ਅਸੀਂ ਟੇਲਰ ਦੇ ਬਹੁਤ ਕਹਿ ਲਓ ਕਿ ਸਾਰੇ ਸਿਧਾਂਤਾਂ ਨੂੰ ਅਸੀਂ ਅੱਜ ਸਟੱਡੀ ਕੀਤਾ ਹੈ। ਥੋੜਾ ਬਹੁਤ ਅਸੀਂ ਇਸ ਨੂੰ ਅੱਗੇ ਡਿਟੇਲ ਦੇ ਵਿੱਚ ਵੀ ਸਟੱਡੀ ਕਰਾਂਗੇ। ਸੋ ਆਈ ਹੋਪ ਕਿ ਇਸ ਜਾਣਕਾਰੀ ਦੇ ਨਾਲ ਤੁਹਾਨੂੰ ਟੇਲਰ ਬਾਰੇ ਤੇ ਉਹਨਾਂ ਦੇ ਸਿਧਾਂਤਾਂ ਬਾਰੇ ਕਾਫੀ ਨੌਲੇਜ ਮਿਲੀ ਹੋਊਗੀ। ਸੋ ਥੈਂਕ ਯੂ।